ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਪ੍ਰੀਤ ਅਮਲੋਹ ਲੋ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅਹਿਮ ਖਬਰ ਦੇ ਨਾਲ। ਦੱਸਦੀ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਬੀਤੇ ਦਿਨੀ ਹਮਲੇ ਦੀ ਖਬਰ ਸਾਹਮਣੇ ਆਈ ਹੈ ਤੇ ਟ੍ਰੇਨ ਦੇ ਵਿੱਚ ਬੈਠਿਆਂ ਕਿਸੇ ਨੇ ਬਾਹਰੋਂ ਪੱਥਰ ਸੁੱਟਿਆ ਤੇ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ। ਸੋ ਏਜੀ ਅਨਮੋਲ ਰਤਨ ਸਿੱਧੂ ਪਾਣੀਪਤ ਨੇੜੇ ਇਹ ਘਟਨਾ ਵਾਪਰੀ ਹੈ। ਜਾਂਚ ਏਜੰਸੀਆਂ ਦੱਸਣਗੀਆਂ ਹਮਲਾ ਸੀ ਜਾਂ ਨਹੀਂ। ਇਹ ਕਹਿਣਾ ਹੈ ਅਨਮੋਲ ਰਤਨ ਸਿੱਧੂ ਦਾ। ਜਦੋਂ ਟ੍ਰੇਨ ਦੇ ਵਿੱਚੋਂ ਆ ਰਹੇ ਸੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਬਾਖੂਬੀ ਤਰੀਕੇ ਦੇ ਨਾਲ ਦੇਖ ਪਾ ਰਹੇ ਹੋ ਕਿ किस कदर जो ट्रेन का शीशा वो टुट चुकिया। हालांकि उन्होंने साफ तौर पर कहा है कि हमला सी या नहीं, इस बारे जो जांच एजेंसियां ने वही इस गल की पुष्टि करनगियां। सो दस दे कि एजी ते बीती शाम जो है हमले की एक खबर सामने आई है। हालांकि उन्होंने साफ तौर पर कहा कि हमला सी या नहीं। एजी ने साफ किया कि इस बारे जांच एजेंसियां दसणगियां। लेकिन तस्वीरां तुसीं देख पा रहे हो कि लग रहा है कि किस कदर यह शीशा टुटिया या फिर पत्थर सुट्टिया भी जा सकता है या फिर कोई होर भी चीज़ हो सकती है जिस दे तहत ये शीशा टुटिया या फिर किस कदर किस मनसूबे के नाल हमला किया गया, यह जांच एजेंसियां दसणगियां। कि 25 ते 30 मिनट च पानीपत पहुंची है। उत्थे ट्रेन जो उतो हौली हौली चलती गई अगे नूं थोड़ी जी सी 7-8 जने सी। कोई मतलब पैल्टिंग हुई है या की तो पुलिस नूं पता, मैनूं तां पता नहीं गा। वो इत्ती बैठा सी सीट ते ना जिथे अटैक होया सीधा। ਕੀ ਇਸ ਨੂੰ ਅਸੀਂ ਹਮਲਾ ਕਹੀਏ ਜਾਂ ਕੋਈ ਸ਼ਰਾਰਤ ਕਹੀਏ? ਤੁਹਾਡਾ ਮਨ ਕੀ ਕਹਿੰਦਾ ਜਿਸ ਹਿਸਾਬ ਨਾਲ ਤੁਸੀਂ ਸ਼ੁਰੂਆਤੀ ਜਿਹੜੀ ਜਾਂਚ ਦੇ ਵਿੱਚ ਹਰਿਆਣਾ ਆਰਪੀਐਫ ਦੇ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੂੰ तमाम ਹਾਲਾਤ ਤੋਂ ਜਾਣੂ ਕਰਾਇਆ ਕਿ ਮੌਕੇ ਤੇ ਵਾਰਦਾਤ 'ਚ ਹੋਇਆ ਕੀ? देखो मैं तो कुछ कह नहीं सकता इस कि ये तो इन्वेस्टिगेटिंग एजेंसी का काम है ना। मैनू तो यह भी मैं आपकी स्टेट की ड्यूटी कर रही बस वो हुण की कनकलूड होंदा है किहड़े पर्सनस दी मैं की अपोज कर रहे हैं या किहड़ी लिटिगेशन दे विच मैं इन्वॉल्व मैं सारा साडी इन्वेस्टिगेशंस है ते दे विल डू फुल जस्टिस टू दी एवरी। पंजाब के सेहत मंत्री चेतन सिंह जोड़ा माजरा एक्शन मोड में नज़र आ रहे हैं। दस दिए कि सेहत मंत्री वजों पंजाब के ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ ਦਾ दौरा किया जा रहा है तो सूबे ਦੀਆਂ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ है। ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਤੇ ਹੁਣ ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਨੇ। ਸਰਕਾਰੀ ਹਸਪਤਾਲਾਂ ਦੀਆਂ ਸਿਹਤ ਸਹੂਲਤਾਂ ਤੇ ਹਸਪਤਾਲਾਂ ਦਾ ਜਾਇਜ਼ਾ ਲੈਣ ਲਈ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਗਰਾਊਂਡ ਜ਼ੀਰੋ ਤੇ ਪਹੁੰਚੇ। ਸਿਹਤ ਮੰਤਰੀ ਨੇ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਅਚਨਚੇਤ ਦੌਰਾ ਕੀਤਾ ਤੇ ਇਸ ਦੌਰਾਨ ਹਲਕੇ ਦੇ ਵਿਧਾਇਕ ਦਿਨੇਸ਼ ਚੱਡਾ ਵੀ ਮੌਜੂਦ ਰਹੇ। ਇਸ ਮੌਕੇ ਮੰਤਰੀ ਜੋੜਾ ਮਾਜਰਾ ਨੇ ਕਿਹਾ ਕਿ ਲੋਕਾਂ ਦੀ ਮੰਗਾਂ ਵੱਲ ਗੌਰ ਕੀਤਾ ਜਾਵੇਗਾ। कसूर कट्टण वास्ते नहीं आए, असीं देखांगे जिन्ना साडे लवे साजो समान है फिलहाल असीं उस च तां कुछ चंगा करके दिखाई जिहड़े जिस चीज़ की लोड़ होगी जिवें दिनेश जी ने जो सानूं रिक्वायरमेंट दित्ती है उह असीं पूरी करांगे। फिर सेहत मंत्री नवां शहर दे सिविल हस्पताल पहुंचे ते डॉक्टरां दे नाल खास गलबात कीती ते कहा कि 15 अगस्त तो पंजाब दीआं 75 विधान सभावां विच सेहत सेवावां दी शुरुआत कीती जावेगी। 75 ਜਿਹੜੇ ਹੈਗੇ ਆ ਮੁਹੱਲਾ ਕਲੀਨਿਕ ਉਹ 15 ਅਗਸਤ ਨੂੰ ਜਿਹੜੀ ਉਹਨਾਂ ਦੀ ਇਨੋਗ੍ਰੇਸ਼ਨ ਆ ਉਹ ਜਿਹੜੀ ਉੱਥੇ। ਜਲੰਧਰ ਦੇ ਸਿਵਲ ਹਸਪਤਾਲ ਦੇ ਜਾਇਜ਼ੇ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਸੁਵਿਧਾਵਾਂ ਲਈ ਬਹੁਤ ਕੁਝ ਕਰਨ ਵਾਲਾ ਹੈ। ਅਜੇ ਸ਼ੁਰੂਆਤ ਹੈ, ਉਹਨਾਂ ਕਮਿਟਮੈਂਟ ਵੀ ਹੈ ਵੀ ਇੰਨੇ ਪੇਸ਼ੈਂਟ ਆਉਣ ਚਾਹੇ ਨਾ ਆਉਣ ਪਰ ਇੰਨੇ ਪੈਸੇ ਦੇਣੇ ਦੇਣੇ। ਸੋ ਸ਼ੁਰੂਆਤ ਹੈ, ਆਪਾਂ ਜੇ ਕੋਈ ਚੰਗੀ ਸ਼ੁਰੂਆਤ ਕਰਨ ਲੱਗ ਰਹੇ ਹਾਂ ਤਾਂ ਉਹਦੇ ਆਪਾਂ ਨੈਗੇਟਿਵ ਨਾ ਸੋਚੀਏ, ਆਪਾਂ ਪਹਿਲਾਂ ਪੋਜ਼ਿਟਿਵ ਸੋਚੀਏ। ਸਾਨੂੰ ਅੱਜ ਸਾਡਾ ਜੋ ਸੂਬਾ ਹੈ ਉਹਨੂੰ ਸਿਹਤ ਸਹੂਲਤਾਂ ਦੀ ਬਹੁਤ ਲੋੜ ਹੈ। ਬਹੁਤ ਜਿਹੜਾ ਸਾਡਾ ਪਾਣੀ ਪੋਲਿਊਟ ਹੋ ਗਿਆ, ਸਾਡੇ ਕੈਂਸਰ ਦੇ ਕਿੰਨੇ ਪੇਸ਼ੈਂਟ ਹੋ ਗਏ। ਸੋ ਸਾਨੂੰ ਇਹ ਨਾ ਕਹੀਏ ਵੀ ਇਹ 1 ਕਰੋੜ ਰੁਪਈਆ ਲੈ। ਅਸੀਂ ਮੈਡੀਕਲ ਹਸਪੀਟਲ ਸਰ ਕਿਉਂ ਖੋਲ੍ਹ ਰਹੇ ਹਾਂ? ਮੈਡੀਕਲ ਹਸਪੀਟਲ ਇਸੇ ਕਰਕੇ ਖੋਲ੍ਹ ਰਹੇ ਹਾਂ ਕਿ ਅਸੀਂ ਜੋ ਵਿਦੇਸ਼ਾਂ 'ਚ ਜਾ ਕੇ ਸਾਡੇ ਬੱਚੇ ਉੱਥੇ ਮੈਡੀਕਲ ਦੀ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਆਪਣੇ ਸੂਬੇ 'ਚ ਰਹਿ ਕੇ ਜਿਹੜੀ ਮੈਡੀਕਲ ਦੀ ਪੜ੍ਹਾਈ ਕੀਤੀ ਜਾ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿੱਥੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਨੇ ਉੱਥੇ ਹੀ ਸਿਹਤ ਮੰਤਰੀ ਵੀ ਐਕਸ਼ਨ ਮੋਡ ਵਿੱਚ ਨਜ਼ਰ ਆਏ। ਸਿਹਤ ਮੰਤਰੀ ਨੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਸਿਵਲ ਸਰਜਨਾਂ ਲਈ ਇਨਾਮ ਦਾ ਵੀ ਐਲਾਨ ਕੀਤਾ। न्यूज़ डेस्क रिपोर्ट जी मीडिया।
ਬਹਿਬਲ ਕਲਾਂ ਗੋਲੀकांड ਤੇ ਫਰੀਦਕੋਟ ਅਦਾਲਤ ਦੇ ਵਿੱਚ ਬੀਤੇ ਦਿਨੀ ਸੁਣਵਾਈ ਹੋਈ ਹੈ। ਦੱਸਦੀ ਕਿ ਕੋਰਟ ਨੇ ਕੋਟਕਪੂਰਾ ਗੋਲੀकांड ਦੀ ਰਿਪੋਰਟ ਮੰਗਣ ਦੇ ਲਈ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਵਿੱਚ ਕਾਰਵਾਈ ਨੂੰ ਲੈ ਕੇ ਸਰਕਾਰ ਐਕਸ਼ਨ ਵਿੱਚ ਹੈ। ਕਾਨੂੰਨੀ ਚਾਰਾਜੋਈ ਦੀ ਰਫ਼ਤਾਰ ਤੇਜ਼ ਹੋਈ ਹੈ। ਬਹਿਬਲ ਕਲਾਂ ਗੋਲੀकांड ਤੇ ਫਰੀਦਕੋਟ ਅਦਾਲਤ ਵਿੱਚ ਸੁਣਵਾਈ ਹੋਈ। ਕੋਰਟ ਨੇ ਕੋਟਕਪੂਰਾ ਗੋਲੀकांड ਦੀ ਰਿਪੋਰਟ ਮੰਗਣ ਲਈ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਸੁਣਵਾਈ ਦੌਰਾਨ ਸੁਮੇਧ ਸੈਣੀ ਨੂੰ ਛੱਡ ਪਰਮਰਾਜ ਉਮਰਾ ਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਪੰਕਜ ਬਾਂਸਲ ਤੇ ਸੁਹੀਲ ਬਰਾੜ ਹਾਜ਼ਰ ਰਹੇ। ਬਹਿਬਲ ਗੋਲੀकांड ਦੀ ਅੱਜ ਜਿਹੜੀ ਤਰੀਕ ਸੀ, ਸਾਰੇ ਆਰੋਪੀ ਹੈ ਜਿਹੜੇ ਉਹ ਪੇਸ਼ ਹੋਏ ਸੀ ਤੇ ਉਹਨਾਂ ਵੱਲੋਂ ਇੱਥੇ ਪੇਸ਼ ਹੋ ਕੇ ਜਿਹੜਾ ਆਪਣਾ ਪੱਖ ਰੱਖਿਆ ਗਿਆ ਤੇ ਅਗਲੀ ਤਰੀਕ ਹੈ ਜਿਹੜੀ 20/8 ਦਿੱਤੀ ਗਈ ਹੈ, ਕਿਉਂਕਿ ਹੁਣ ਇੱਥੇ ਚਾਰਜ ਤੇ ਜਿਹੜੀ ਬਹਿਸ ਹੋਣੀ ਹੈ। ਹਾਈ ਕੋਰਟ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜੇ ਵੀ ਤੁਸੀਂ ਆਪਣੇ ਕੋਈ ਜਵਾਬ ਜਾਂ ਆਪਣਾ ਪੱਖ ਦੇਣਾ ਉਹ ਨਿਚਲੀ ਅਦਾਲਤ ਵਿੱਚ ਜਾ ਕੇ ਉੱਥੇ ਰੱਖੋ ਤੇ ਅੱਜ ਜਿਹੜੇ ਸਾਰੇ ਆਰੋਪੀ ਨੇ ਉਹ ਅਦਾਲਤ 'ਚ ਪੇਸ਼ ਹੋਏ ਤੇ ਉਹਨਾਂ ਦੇ ਵਕੀਲ ਸਾਹਿਬਾਨਾਂ ਵੱਲੋਂ ਵੀ ਆਪਣੇ ਜਿਹੜੇ ਕੁਝ ਜਿਹੜੀਆਂ ਐਪਲੀਕੇਸ਼ਨ ਹੈ ਜਵਾਬ ਹੈ ਜਿਹੜੇ ਉਹ ਰਹਿ ਗਏ ਸੀ ਤੇ ਉਹ ਵੀ ਮੰਗੇ ਨੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਹੋਰ ਕੇਸ ਨੇ ਉਹਦਾ ਕੀ ਸਟੇਟਸ ਹੈ ਉਹ ਵੀ ਮੰਗਿਆ ਗਿਆ ਤੇ ਇਸ ਕਰਕੇ ਜਿਹੜੀ ਤਰੀਕ ਅਗਲੀ 20/8 ਹੈ ਉਹ ਪਾ ਦਿੱਤੀ ਗਈ। ਦੱਸ ਦਈਏ ਕਿ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਤੇ ਹਮਲਾ ਹੋਇਆ। ਦੱਸਦੀ ਕਿ ਟ੍ਰੇਨ ਦੇ ਵਿੱਚ ਬੈਠਿਆਂ ਕਿਸੇ ਨੇ ਬਾਹਰੋਂ ਪੱਥਰ ਮਾਰਿਆ ਤੇ ਪਾਣੀਪਤ ਨੇੜੇ ਇਹ ਘਟਨਾ ਵਾਪਰੀ ਤੇ ਜਿਸ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਬਣਿਆ। ਹਾਲਾਂਕਿ ਇਸ ਨੂੰ ਲੈ ਕੇ ਜਾਂਚ ਏਜੰਸੀਆਂ ਲਗਾਤਾਰ ਇਸ ਦੀ ਜਾਂਚ ਕਰ ਰਹੀਆਂ ਨੇ। ਅੱਗੇ ਵਧਦੇ ਦੱਸਦੀ ਕਿ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਆਮੋ ਸਾਹਮਣੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਾਫੀ ਜਿਹੜੇ ਨੇ ਇਲਜ਼ਾਮ ਲਗਾਏ ਨੇ। ਤੇ ਉਧਰ ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਜਿਹੜੀ ਸਟੇਟਮੈਂਟ ਹੈ ਵਾਪਸ ਨਹੀਂ ਲਈ ਜਾਂਦੀ ਤਾਂ ਉਦੋਂ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਗੱਲ ਕਹੀ ਸ਼੍ਰੋਮਣੀ ਅਕਾਲੀ ਦਲ। ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮਾ ਗਈ ਹੈ ਤੇ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਤੇ ਇਲਜ਼ਾਮ ਲਗਾਏ ਗਏ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਹੱਕਾਂ ਦਾ ਘਾਣ ਹੋਇਆ। ਅਕਾਲੀ ਦਲ ਦੀ ਸਰਕਾਰ ਨੇ ਹੀ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਨੂੰ ਮੁਹਾਲੀ 'ਚ ਸ਼ਿਫਟ ਕੀਤਾ ਤਾਂ ਇਸ ਪੂਰੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਬ ਕਮੇਟੀ ਦੀ ਮੀਟਿੰਗ ਬੁਲਾਈ ਗਈ। ਅਕਾਲੀ ਦਲ ਨੇ ਸੂਬਾ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ 20 ਤਾਰੀਖ ਤੱਕ ਭਗਵੰਤ ਮਾਨ ਪੰਜਾਬ ਲਈ ਵੱਖਰੀ ਵਿਧਾਨ ਸਭਾ ਲਈ ਵੱਖਰੀ ਥਾਂ ਵਾਲਾ ਬਿਆਨ ਵਾਪਸ ਲੈਣ। ਨਾਲ ਉਹਨਾਂ ਨੇ ਆਪ ਸਰਕਾਰ ਨੂੰ ਪੰਜਾਬ ਦੀਆਂ ਹੱਕੀ ਮੰਗਾਂ ਤੋਂ ਅਣਜਾਣ ਦੱਸਿਆ। ਹੱਕ ਸਰੈਂਡਰ ਤੇ ਉਹਨਾਂ ਨੇ ਕੀਤੇ ਜਿਨ੍ਹਾਂ ਨੇ ਨਿਊ ਚੰਡੀਗੜ੍ਹ ਵਸਾਤਾ। ਹੱਕ ਸਰੈਂਡਰ ਤੇ ਉਹਨਾਂ ਨੇ ਕੀਤੇ ਆ ਜਿਨ੍ਹਾਂ ਨੇ ਚੰਡੀਗੜ੍ਹ ਚੋਂ ਸਰਕਾਰੀ ਦਫ਼ਤਰ ਜਿਹੜੇ ਆ ਉਹ ਮੋਹਾਲੀ 'ਚ ਮਾਈਗ੍ਰੇਟ ਜਾਂ ਸ਼ਿਫਟ ਕਰਾਤੇ। ਹੱਕ ਸਰੈਂਡਰ ਤੇ ਉਹਨਾਂ ਨੇ ਕੀਤੇ ਆ ਜਿਨ੍ਹਾਂ ਨੇ ਚੰਡੀਗੜ੍ਹ 'ਚ ਪੰਜਾਬ ਦੇ ਕਰਮਚਾਰੀਆਂ ਦਾ ਜਿਹੜਾ ਅਨੁਪਾਤ ਸੀ ਭਰਤੀ ਦਾ ਉਹਦੇ ਤੇ ਕਦੀ ਕੋਈ ਇਨੀਸ਼ੀਏਟਿਵ ਨਹੀਂ ਲਿਆ। ਈਵਨ ਕਦੀ ਇਸ ਵਾਸਤੇ ਚਿੱਠੀ ਵੀ ਨਹੀਂ ਲਿਖੀ। ਹੱਕ ਸਰੈਂਡਰ ਤੇ ਇਹਨਾਂ ਲੋਕਾਂ ਨੇ ਕੀਤੇ ਆ ਜਿਨ੍ਹਾਂ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਹਮੇਸ਼ਾ ਪੰਜਾਬ ਦੇ ਅਧਿਕਾਰਾਂ ਨਾਲ ਪੰਜਾਬ ਦੇ ਹੱਕਾਂ ਨੂੰ ਲੈ ਕੇ ਸੈਂਟਰ ਨਾਲ ਕੰਪਰੋਮਾਈਜ਼ ਕੀਤਾ। ਅਸੀਂ ਤੇ ਇੱਕ ਗੱਜ ਵੀ ਜ਼ਮੀਨ ਜਿਹੜੀ ਆ ਚੰਡੀਗੜ੍ਹ ਦੀ ਜਿਹੜੀ ਆ ਭਗਵੰਤ ਮਾਨ ਜੀ ਨੂੰ ਟਾਈਮ ਦੇਵਾਂਗੇ। ਉਹ ਟਾਈਮ 10 ਦਿਨ ਦਾ ਜੀ ਕਿੰਨੇ 20 ਤਰੀਕ ਤੱਕ ਦਾ ਅਸੀਂ ਕਹਿ ਰਹੇ ਕਿ ਜਾਂ ਤਾਂ ਸਟੇਟਮੈਂਟ ਵਾਪਸ ਲੈ ਲਓ, ਨਹੀਂ ਇਸ ਤੇ ਅਸੀਂ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਜੋ ਪੰਜਾਬ ਦੀਆਂ ਹਿਤੈਸ਼ੀ ਪਾਰਟੀਆਂ ਉਹਨਾਂ ਨਾਲ ਤਾਲਮੇਲ ਦੀ ਅਸੀਂ ਕਮੇਟੀ ਬਣਾਵਾਂਗੇ ਤਾਂ ਕਿ ਸਾਰੇ ਰਲ ਕੇ ਅਸੀਂ ਪ੍ਰੋਟੈਸਟ ਕਰਾਂਗੇ ਤਾਂ ਕਿ ਪੰਜਾਬ ਦੇ ਜਿਹੜੇ ਹੱਕ ਹੈ ਉਹ ਅਸੀਂ ਕਿਸੇ ਵੀ ਕੀਮਤ ਤੇ ਕੋਈ ਵੀ ਕਿੱਡੀ ਵੱਡੀ ਸ਼ਕਤੀ ਆ ਜਾਏ ਫੋਨ ਨਹੀਂ ਦੇਵਾਂਗੇ। ਸਾਡਾ ਹੱਕ ਹੈ। ਅਸਲ ਵਿੱਚ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦੀ ਉਸਾਰੀ ਲਈ ਕੇਂਦਰ ਵੱਲੋਂ ਵੱਖਰੀ ਜ਼ਮੀਨ ਦੇਣ ਦੇ ਐਲਾਨ ਪਿੱਛੋਂ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਦਾ ਕੇਂਦਰ ਰਹੇ ਚੰਡੀਗੜ੍ਹ ਦੇ ਮੁੱਦੇ ਉੱਪਰ ਸਿਆਸਤ ਪੂਰੇ ਜ਼ੋਰਾਂ ਤੇ ਹੈ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਪੰਜਾਬ 'ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਜਿਸ ਦੇ ਚੱਲਦਾ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮਾਲਵਾ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਬਠਿੰਡਾ ਤੇ ਤਲਵੰਡੀ ਸਾਬੋ ਦੇ ਵਿੱਚ ਨਰਮਾ ਖੇਤਾਂ ਦਾ ਜਾਇਜ਼ਾ ਵੀ ਲਿਆ ਗਿਆ। 730 ਥਾਵਾਂ ਦੇ ਵਿੱਚੋਂ 370 ਦੇ ਉੱਤੇ ਚਿੱਟੀ ਮੱਖੀ ਵਾਈਟ ਫਲਾਈਟ ਜਿਹੜਾ ਕਹਿੰਦੇ ਆ ਵਾਈਟ ਫਲਾਈ ਉਹਦਾ ਅਟੈਕ ਜਿਹੜਾ ਸਾਡੇ ਅਧਿਕਾਰੀਆਂ ਨੇ ਨੋਟ ਕੀਤਾ ਕਿ 317 ਦੇ ਉੱਤੇ 370 ਥਾਵਾਂ ਤੇ ਪਾਇਆ ਗਿਆ। ਇਹਦਾ ਮਤਲਬ ਕਿ ਜਿਹੜਾ ਵਾਈਟ ਫਲਾਈ ਇਹਦਾ ਅਟੈਕ ਜਿਹੜਾ ਬਹੁਤ ਤੇਜ਼ੀ ਦੇ ਨਾਲ
ਔਰ ਬਹੁਤ ਜ਼ਿਆਦਾ ਅਸੀਂ ਕਾਫੀ ਚਿੰਤਤ ਹਾਂ। ਉੱਤੇ ਹੁਣੇ ਹੀ ਵਿਚਾਰ ਕੀਤੀ ਹੈ ਕਿ ਉਹਨੂੰ ਕਿੱਦਾਂ ਕੰਟਰੋਲ ਕਰਨਾ। ਪਰਮਾਤਮਾ ਕਰੇ ਥੋੜੀ ਬਾਰਿਸ਼ ਹੋ ਜਾਏ, ਜਿੱਦਾਂ ਆਪਾਂ ਨੂੰ ਕਿਸਾਨਾਂ ਨੇ ਵੀ ਦੱਸਿਆ ਸੀ, ਡਾਕਟਰਾਂ ਨੇ ਵੀ ਦੱਸਿਆ ਕਿ ਜੇ ਵੈਦਰ ਕੁਝ ਠੀਕ ਹੋ ਗਿਆ ਤੇ ਉਹ ਵੀ ਸਾਡਾ ਸਹਿਯੋਗ ਕਰੂਗਾ। ਪਿੰਡ ਵੰਡਤੇ ਆਪਣੀਆਂ ਟੀਮਾਂ ਨੂੰ, ਆਪਣੇ ਪਿੰਡ ਵੰਡ ਕੇ ਉਹਨਾਂ ਦੀ ਡਿਊਟੀ ਲਾਤੀ ਹੈ ਕਿ ਉਹ ਹਫ਼ਤੇ 'ਚ 2 ਵਾਰ ਜਾਣਗੇ, ਮਿਲਣਗੇ ਕਿਸਾਨਾਂ ਨੂੰ, ਦੇਖ ਕੇ ਆਉਣਗੇ ਕਿ ਸਥਿਤੀ ਕੀ ਆ, ਕਿਹੜੀ ਦਵਾਈ ਕਰਨੀ ਆ, ਉਹ ਗਾਈਡ ਕਰਕੇ ਆਉਣਗੇ। ਔਰ ਜਿੱਥੇ ਕਿਤੇ ਜਿਸ ਏਰੀਆ ਦੇ ਵਿੱਚ ਜੇ ਪ੍ਰੋਬਲਮ ਹੱਲ ਨਾ ਹੋਈ ਉਹਦੇ ਲਈ ਸੰਬੰਧਿਤ ਜਿਹੜੀ ਟੀਮ ਹੋਊਗੀ ਉਹਦੀ ਜਵਾਬਦੇਹੀ ਤੈਅ ਕੀਤੀ ਜਾਊਗੀ। ਉਹਨੂੰ ਮਤਲਬ ਜਿਹੜਾ ਉਹਨੂੰ ਜਵਾਬ ਦੇਣਾ ਪਊਗਾ ਕਿ ਕਿਉਂ ਨਹੀਂ ਉੱਥੇ ਕੰਟਰੋਲ ਹੋਇਆ। ਜਿਸ ਜ਼ਿਲ੍ਹੇ ਦਾ ਕੋਈ ਲੀਡਰ 5 ਵਾਰ ਮੁੱਖ ਮੰਤਰੀ ਰਿਹਾ ਹੋਵੇ, ਸਾਡਾ ਦਾ ਪਰਿਵਾਰ ਸਾਰਾ ਸਿਆਸਤ 'ਚ ਰਿਹਾ ਹੋਵੇ ਤੇ ਬਠਿੰਡੇ 'ਚੋਂ ਨਕਲੀ ਦਵਾਈਆਂ ਵਿਕਣੀਆਂ ਬੰਦ ਨਾ ਹੋਈਆਂ ਹੋਣ, ਮੈਨੂੰ ਲੱਗਦਾ ਕਿ ਯਾਰ ਇਹ ਬਹੁਤ ਕਿਤੇ ਨਾ ਕਿਤੇ ਪੋਲੀਟੀਕਲ ਵਿਲ ਨਹੀਂ ਗੀ, ਜਾਂ ਆਪਾਂ ਉਹਨਾਂ ਨਾਲ ਰਲੇ ਆ। ਸਿੱਧੀ ਜਿਹੜੀ ਗੱਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣੀ 2 ਵਾਰ ਮੁੱਖ ਮੰਤਰੀ ਬਣੇ, ਦੋਵੇਂ ਵਾਰ ਖੇਤੀਬਾੜੀ ਮਹਿਕਮਾ ਉਹਨਾਂ ਕੋਲ ਸੀਗਾ, ਉਹਨਾਂ ਦਾ ਜ਼ਿਲ੍ਹਾ ਵੀ ਇਹੀ ਸੀਗਾ ਸਰ ਫਿਰ ਵੀ ਦਵਾਈਆਂ ਤੇ ਕੰਟਰੋਲ ਨਹੀਂ ਹੋਇਆ। ਚਿੱਟੇ ਸੋਨੇ ਦੀ ਜਰਖੇਜ਼ ਧਰਤੀ ਵਿੱਚ ਗੁਲਾਬੀ ਸੁੰਡੀ ਦੀ ਦਸਤਕ ਤੋਂ ਕਿਸਾਨ ਬੇਹਾਲ ਹਨ। ਗੁਲਾਬੀ ਸੁੰਡੀ ਖੇਤ ਉਜਾੜ ਰਹੀ ਹੈ। ਮਜਬੂਰੀ ਵਸ ਕਿਸਾਨ ਖੇਤ ਆਪਣੇ ਹੱਥੀਂ ਵਾਹੁਣ ਨੂੰ ਮਜਬੂਰ ਹੈ। ਦੇਰ ਨਾਲ ਹੀ ਸਹੀ ਸਰਕਾਰ ਐਕਸ਼ਨ ਵਿੱਚ ਆਈ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਰਮਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਨੇ। ਖੇਤੀਬਾੜੀ ਮਹਿਕਮੇ ਨੇ ਟੀਮਾਂ ਦਾ ਗਠਨ ਕੀਤਾ ਹੈ। ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਜਦੋਂ ਸਭ ਕੁਝ ਬਰਬਾਦ ਹੋ ਚੁੱਕਾ ਹੈ ਤਾਂ ਹੁਣ ਨਕਲੀ ਬੀਜਾਂ, ਨਕਲੀ ਕੀਟਨਾਸ਼ਕਾਂ ਦੀ ਵਿਕਰੀ ਉੱਪਰ ਨਕੇਲ ਕੱਸਣ ਦੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ। ਪਿੰਡ ਵੰਡਤੇ ਆਪਣੀਆਂ ਟੀਮਾਂ ਨੂੰ, ਆਪਣੇ ਪਿੰਡ ਵੰਡ ਕੇ ਉਹਨਾਂ ਦੀ ਡਿਊਟੀ ਲਾਤੀ ਹੈ ਕਿ ਉਹ ਹਫ਼ਤੇ 'ਚ 2 ਵਾਰ ਜਾਣਗੇ, ਮਿਲਣਗੇ ਕਿਸਾਨਾਂ ਨੂੰ, ਦੇਖ ਕੇ ਆਉਣਗੇ ਕਿ ਸਥਿਤੀ ਕੀ ਆ, ਕਿਹੜੀ ਦਵਾਈ ਕਰਨੀ ਆ, ਉਹ ਗਾਈਡ ਕਰਕੇ ਆਉਣਗੇ। ਔਰ ਜਿੱਥੇ ਕਿਤੇ ਜਿਸ ਏਰੀਆ ਦੇ ਵਿੱਚ ਜੇ ਪ੍ਰੋਬਲਮ ਹੱਲ ਨਾ ਹੋਈ ਉਹਦੇ ਲਈ ਸੰਬੰਧਿਤ ਜਿਹੜੀ ਟੀਮ ਹੋਊਗੀ ਉਹਦੀ ਜਵਾਬਦੇਹੀ ਤੈਅ ਕੀਤੀ ਜਾਊਗੀ। ਉਹਨੂੰ ਮਤਲਬ ਜਿਹੜਾ ਉਹਨੂੰ ਜਵਾਬ ਦੇਣਾ ਪਊਗਾ ਕਿ ਕਿਉਂ ਨਹੀਂ ਉੱਥੇ ਕੰਟਰੋਲ ਹੋਇਆ। ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਵਿੱਚ ਜੋ ਹੋਇਆ ਉਸ ਦੀ ਜਾਂਚ ਚੱਲ ਰਹੀ ਹੈ, ਲੇਕਿਨ ਨਰਮੇ ਨੂੰ ਬਚਾਉਣ ਦੇ ਲਈ ਅਤੇ ਕਿਰਸਾਨੀ ਨੂੰ ਬਚਾਉਣ ਲਈ ਹਰ ਹੀਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਮਹਿਕਮੇ ਦੀਆਂ 37 ਟੀਮਾਂ ਬਣੀਆਂ ਹੋਈਆਂ ਨੇ ਜੋ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੀਆਂ ਨੇ। ਪ੍ਰਭਾਵਿਤ ਕਿਸਾਨਾਂ ਦੀ ਮਦਦ ਦੇ ਹੁਕਮ ਵੀ ਉਹਨਾਂ ਨੇ ਦਿੱਤੇ ਨੇ। ਕਿਸਾਨਾਂ ਨੂੰ ਤੁਹਾਡੇ ਤੋਂ ਬੇਨਤੀ ਹੈ ਕਿ ਉਹ ਕਾਹਲੀ ਦੇ ਨਾਲ ਆਪਣੇ ਨਰਮੇ ਨੂੰ ਵਾਹੁਣ ਨਾ। ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸਾਡੇ ਮਹਿਕਮੇ ਦੀਆਂ ਟੀਮਾਂ ਆਉਣਗੀਆਂ, ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਸਹਿਯੋਗ ਚਾਹੀਦਾ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ। ਆਪਣੇ ਹੱਥੀਂ ਬੀਜੀ, ਆਪਣੇ ਹੱਥੀਂ ਪਾਲੀ ਫਸਲ ਨੂੰ ਉਹ ਕਾਹਲੀ ਨਾ ਵਾਹੁਣ ਨਾ ਕਿ ਇਹ ਸ਼ਾਇਦ ਠੀਕ ਹੀ ਨਹੀਂ ਹੋਣੀ। ਬੇਹਾਲ ਕਿਸਾਨਾਂ ਦੀ ਬਾਂਹ ਫੜਨ ਦਾ ਦਾਅਵਾ ਸਰਕਾਰ ਕਰ ਰਹੀ ਹੈ। ਖੇਤੀਬਾੜੀ ਮਹਿਕਮੇ ਦੀਆਂ ਟੀਮਾਂ ਲਗਾਤਾਰ ਕਿਸਾਨਾਂ ਨਾਲ ਮੁਲਾਕਾਤ ਕਰ ਰਹੀਆਂ ਨੇ। ਸੋ ਕਾਟਨ ਦੇ ਜੀ 2 ਤਰ੍ਹਾਂ ਦੇ ਜੋ ਮੈਂ ਆਪ ਚੀਜ਼ ਇਨਫੈਕਟ ਸਮਝ ਰਿਹਾ ਹੈ। ਇੱਕ ਵਾਈਟ ਫਲਾਈ ਹੈ ਜੋ ਹੁਣੇ ਦੇਖ ਰਹੇ ਸੀ ਆਪਾਂ, ਤੁਸੀਂ ਲੋਕ ਵੀ ਨਾਲ ਸੀ, ਜਿਹੜੀ ਕਿ ਉਹਦੇ ਲੀਵਸ ਤੋਂ ਸੱਕ ਕਰ ਲੈਂਦੀ ਹੈ, ਉਹਦੇ ਨਾਲ ਫਿਰ ਪ੍ਰੋਡਕਸ਼ਨ ਘਟਦੀ ਹੈ, ਉਹਦਾ ਇੱਕ ਡਿਫਰੈਂਟ ਇਲਾਜ ਹੈ। ਦੂਸਰਾ ਜਿਹੜਾ ਪਿੰਕ ਵਾਲਵਰਮ ਹੈਗਾ ਉਹ ਹੈ। ਸੋ ਹਾਲੇ ਉਹਨਾਂ ਦਾ ਕੋਈ ਉਸ ਲੈਵਲ ਤੇ ਨਹੀਂ ਹੈ ਕਿ ਚੀਜ਼ ਆਊਟ ਆਫ ਕੰਟਰੋਲ ਹੋਏ। ਇਸ ਲਈ ਮੰਤਰੀ ਜੀ ਨੇ ਵੀ ਇਹ ਸੋਚਿਆ ਕਿ ਇਮੀਡੀਏਟਲੀ ਜਾ ਕੇ ਇਸ ਤੋਂ ਪਹਿਲਾਂ ਕਿ ਚੀਜ਼ ਉੱਥੋਂ ਬਾਹਰ ਹੋ ਜਾਏ ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰ ਲਿਆ ਜਾਏ ਤੇ ਜੋ ਵੀ ਉਹਦੇ ਲਈ ਗਵਰਨਮੈਂਟ ਵੱਲੋਂ ਮਦਦ ਦੀ ਜ਼ਰੂਰਤ ਹੈਗੀ ਹੈ ਟੈਕਨੀਕਲੀ ਜਾਂ ਦਵਾਈਆਂ ਦੇ ਰੂਪ 'ਚ, ਉਹ ਜਿਹੜੀ ਜਲਦੀ ਤੋਂ ਜਲਦੀ ਮੁਹੱਈਆ ਕੀਤੀ ਜਾਏ ਤਾਂ ਕਿ ਫਾਰਮਰਸ ਦਾ ਨੁਕਸਾਨ ਨਾ ਹੋਵੇ। ਸਰਕਾਰ ਹਮੇਸ਼ਾ ਐਕਸ਼ਨ ਵਿੱਚ ਉਸ ਵੇਲੇ ਆਉਂਦੀ ਹੈ ਜਦੋਂ ਸਭ ਕੁਝ ਬਰਬਾਦ ਹੋ ਚੁੱਕਾ ਹੁੰਦਾ ਹੈ। ਖੈਰ, ਸਰਕਾਰ ਨੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਹਾਮੀ ਭਰੀ ਹੈ। ਨਾਲ ਹੀ ਖੇਤੀਬਾੜੀ ਮਹਿਕਮੇ ਦੇ ਅਫਸਰ
ਏਸੀ ਦਫ਼ਤਰਾਂ ਨੂੰ ਛੱਡ ਕੇ ਖੇਤਾਂ ਦੇ ਗੇੜੇ ਮਾਰ ਰਹੇ ਨੇ। ਉਮੀਦ ਹੈ ਨਰਮੇ ਦੀ ਬਰਬਾਦੀ ਤੋਂ ਬੇਹਾਲ ਕਿਸਾਨਾਂ ਲਈ ਇਹ ਕੋਸ਼ਿਸ਼ਾਂ ਕੁਝ ਰਾਹਤ ਦੇਣਗੀਆਂ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ, ਜ਼ੀ ਮੀਡੀਆ। ਖੇਤੀਬਾੜੀ ਅਧਿਕਾਰੀਆਂ ਨੇ ਸੁੰਡੀ ਪ੍ਰਭਾਵਿਤ ਮਾਨਸਾ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਹਾਲ ਵੀ ਦੇਖਿਆ। ਜੁਆਇੰਟ ਡਾਇਰੈਕਟਰ ਨੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਵਿਭਾਗ ਕੋਲ ਦਵਾਈਆਂ ਦਾ ਮੁਕੰਮਲ ਪ੍ਰਬੰਧ ਹੈ। ਦੂਜੇ ਪਾਸੇ ਕਿਸਾਨਾਂ ਨੇ ਅਧਿਕਾਰੀਆਂ ਦੇ ਦੌਰੇ ਨੂੰ ਸਿਰਫ ਤੇ ਸਿਰਫ ਖਾਨਾ ਪੂਰਤੀ ਦੱਸਿਆ। ਨਰਮਾ ਪੱਟੀ ਦੇ ਕਿਸਾਨਾਂ ਦੀ ਇਹ ਹਰ ਵਾਰ ਦੀ ਹੋਣੀ ਹੈ। ਟਾਡਾ ਤਰਦਦ ਕਰ ਪਾਲੀ ਫਸਲ ਉੱਪਰ ਸੁੰਡੀ ਦਾ ਹਮਲਾ ਤੇ ਸਭ ਕੁਝ ਬਰਬਾਦ। ਬਿੱਟੀ ਕਾਟਨ ਦੇ ਬੀਜ ਤੇ ਨਕਲੀ ਕੀਟਨਾਸ਼ਕਾਂ ਦੇ ਕਾਲੇ ਮਾਲੇ ਨੇ ਪਹਿਲਾਂ ਹੀ ਬਦਹਾਲ ਕਿਸਾਨੀ ਦਾ ਲੱਕ ਤੋੜਿਆ। ਹਰ ਵਾਰ ਸਰਕਾਰਾਂ ਦੀ ਜਦੋਂ ਨੀਂਦ ਖੁੱਲਦੀ ਹੈ ਉਦੋਂ ਤੱਕ ਸਭ ਬਰਬਾਦ ਤੇ ਤਬਾਹ ਹੋ ਚੁੱਕਾ ਹੁੰਦਾ ਹੈ। ਹੁਣ ਐਕਸ਼ਨ ਵਿੱਚ ਆਏ ਖੇਤੀਬਾੜੀ ਮੰਤਰਾਲੇ ਨੇ ਕਮਰ ਕੱਸੀ ਹੈ। ਖੇਤੀਬਾੜੀ ਅਧਿਕਾਰੀਆਂ ਨੇ ਸੁੰਡੀ ਪ੍ਰਭਾਵਿਤ ਮਾਨਸਾ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਹਾਲ ਵੇਖਿਆ। ਜੁਆਇੰਟ ਡਾਇਰੈਕਟਰ ਨੇ ਕਿਹਾ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਵਿਭਾਗ ਕੋਲ ਦਵਾਈਆਂ ਦਾ ਮੁਕੰਮਲ ਪ੍ਰਬੰਧ ਹੈ। ਹਾਲੀ ਕੁਝ ਨਹੀਂ ਪੈਨਿਕ ਵਾਲੀ ਗੱਲ ਹੈਗੀ। ਸਾਡੇ ਕੋਲ ਦਵਾਈਆਂ ਦਾ ਪੂਰਾ ਮੁਕੰਮਲ ਪ੍ਰਬੰਧ ਹੈ। ਕੁਆਲਿਟੀ ਤੇ ਉਹਦਾ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਫਸਲ ਕੰਟਰੋਲ ਹੇਠ ਕੀਤੀ ਜਾ ਸਕਦੀ ਹੈ। ਕੋਈ ਪੈਨਿਕ ਵਾਲੀ ਗੱਲ ਨਹੀਂ ਹੈਗੀ। ਦੂਜੇ ਪਾਸੇ ਕਿਸਾਨਾਂ ਨੇ ਅਧਿਕਾਰੀਆਂ ਦੇ ਦੌਰੇ ਨੂੰ ਸਿਰਫ ਖਾਨਾ ਪੂਰਤੀ ਦੱਸਿਆ। ਅੱਜ ਤਾਂ ਸਾਰੇ ਅਫਸਰ ਇੱਥੇ ਆ ਕੇ, ਹਰੇਕ ਅਫਸਰ ਨੇ ਆ ਕੇ ਪੱਤਾ ਦੇਖ ਫਰੋਲਿਆ, ਬੂਝਾ ਫਰੋਲਿਆ। ਉਸ ਤੋਂ ਬਾਅਦ ਜਦੋਂ ਮੰਨ ਲਓ ਵੀ ਅੱਜ ਤੋਂ ਬਾਅਦ ਇਹਨਾਂ ਨੇ ਮੁੜ ਕੇ ਆਉਣਾ ਨਹੀਂ। ਨਰਮਾ ਹੋਵੇ ਨਾ ਹੋਵੇ ਉਹਦਾ ਕਿਸਾਨ ਤੇ ਰਹੇਗਾ। ਹੁਣ ਸਾਡਾ ਨਰਮਾ ਦੇਖੋ ਤੁਸੀਂ, ਲੋਕਾਂ ਨਰਮੇ ਹੋ ਰਹੇ। ਹੁਣ ਇਹਨਾਂ ਨੂੰ 2 ਸਪਰੇਹਾਂ ਕਰਾਂ 3 ਕਰਾਂਗੇ, ਉਸ ਤੋਂ ਬਾਅਦ ਅਸੀਂ ਵਾਹ ਕੇ ਬਾਜਰੇ ਬੀਜਾਂਗੇ। ਫਿਰ ਪਾਣੀ ਦਾ ਸਾਡੇ ਕੋਈ ਸਾਧਨ ਨਹੀਂ। ਮੰਗ ਕਰਦੇ ਸਾਨੂੰ ਵਧੀਆ ਦਵਾਈ ਮਿਲੇ ਜੀ, ਵੀ ਸਰਕਾਰੀ ਰੇਟ ਤੇ ਮਿਲੇ। ਕੋਈ ਰੇਟ ਨਹੀਂ, ਜਿਹੜਾ ਕੋਈ ਰੇਟ ਹੁੰਦਾ ਆਪਣੀ ਮਰਜ਼ੀ ਦਾ ਰੇਟ ਲਾਉਂਦੇ ਆ। 2-2 3-3 ਸਪਰੇਹਾਂ ਮਿਕਸ ਹੁੰਦੀਆਂ। ਇਹ ਕਹਿੰਦੇ ਤੁਸੀਂ ਇੱਕ ਕਰੋ, ਉਹ ਸਾਨੂੰ 2 ਮਿਕਸ ਕਰਕੇ ਦਿੰਦੇ। ਫਿਰ ਇੱਕ ਅਸੀਂ ਕਿਵੇਂ ਕਰ ਸਕਦੇ ਜੀ? ਫਿਰ ਉਹ ਕਹਿੰਦਾ ਰਿਜ਼ਲਟ ਨਹੀਂ ਆਉਣਾ। ਫਿਰ ਦੱਸੋ ਅਸੀਂ ਕੀ ਕਰੀਏ? ਜਾਂ ਫਿਰ ਇਹ ਸਰਕਾਰੀ ਦੁਕਾਨ ਤੇ ਦਵਾਈ ਭੇਜਣ, ਉਹ ਇੱਕ ਕਰਾਉਣ, ਇਹਨੇ ਮੁਲਾਜ਼ਮ ਆਉਣ, ਫਿਰ ਸਾਨੂੰ ਹੋ ਸਕਦਾ ਨਹੀਂ। ਤਾਂ ਇਹੀ ਹਾਲ ਹੋ ਜੀ। ਫਿਰ ਸਾਡੇ ਕੋਈ ਇੰਨੀ ਵਧੀਆ ਅਸਾਰ ਨਹੀਂ ਹੈਗੀ ਜ਼ਿਮੀਦਾਰ ਦੀ। ਜਿਵੇਂ ਪਹਿਲਾਂ ਮਾਰ ਪੈ ਗਈ, ਪਹਿਲਾਂ ਸਾਨੂੰ ਬਹੁਤ ਜ਼ਿਆਦਾ ਮਾਰ ਪੈ ਗਈ। ਆ ਸਾਰਾ ਬਾਣ ਬੂਣ ਠੇਕੇ ਤੇ ਲੈਂਦੇ ਨੇ ਲੋਕ, ਤੇ ਜ਼ਿਆਦਾ ਮਾਰ ਇਸ ਕਰਕੇ ਪੈ ਗਈ। ਪਹਿਲਾਂ ਸੁੰਡੀ ਹੋਈ ਆ, ਕਿਉਂਕਿ 3 ਬਿਮਾਰੀਆਂ ਨੇ। ਸੁੰਡੀ ਦਾ ਅਲੱਗ ਆ, ਚਿੱਟਾ ਮੱਛਰ ਹੈਗਾ, ਹਰਾ ਮੱਛਰ ਆ। ਉਹਦਾ ਕਰਕੇ ਲੋਕ ਹੁਣ ਨਾ ਤਾਂ ਚਿੱਟੇ ਨਾਲ ਹੀ ਦਵਾਈ ਕਰਦੇ, ਨਾ ਹਰੇ ਵਾਲੀ ਵੀ। ਹੁਣ ਹੋਣੇ ਤਾਂ ਹੈ ਨਹੀਂ ਗੇ। ਹਰ ਇੱਕ ਦੇ ਹੁਣ ਮੂੰਹ 'ਚੋਂ ਇਹੀ ਭਾਖਿਆ ਗਈ ਵੀ ਹੁੰਦੇ ਨਹੀਂ ਨਰਮੇ। ਹੁਣ ਜ਼ਿਮੀਦਾਰ ਤਾਂ ਮਤਲਬ ਪਹਿਲਾਂ ਵੀ ਖਤਮ ਹੋ ਗਿਆ, ਤੋਕੀ ਤਾਂ ਜਮੀ ਖਤਮ ਹੋ ਗਈ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਦਵਾਈ ਵਧੀਆ ਆਵੇ ਜੀ। ਇੱਕ ਦੁਕਾਨ ਤੇ ਆਵੇ ਸਰਕਾਰੀ, ਸਾਨੂੰ ਦਵਾਈ ਮਿਲੇ, ਵਧੀਆ ਸਹੂਲਤ ਦੇਵੇ ਸਰਕਾਰ, ਤਾਂ ਕਿ ਅਸੀਂ ਕੁਛ ਨਾ ਕੁਛ ਨਰਮ ਕਰ ਸਕੀਏ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਰਮੇ ਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਖਿਲਾਫ ਮੁਹਿੰਮ ਦੀ ਕਮਾਨ ਖੁਦ ਸੰਭੀ ਹੈ। ਉਹਨਾਂ ਵੱਲੋਂ 7 ਜ਼ਿਲ੍ਹਿਆਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ 751 ਖੇਤਰਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮਹਿਕਮੇ ਸਮੇਤ 250 ਟੀਮਾਂ ਵੱਲੋਂ ਮਿਲ ਕੇ ਜਾਇਜ਼ਾ ਲੈ ਰਹੀਆਂ ਹਨ। ਖੇਤੀਬਾੜੀ ਮੰਤਰੀ ਮੁਤਾਬਕ ਗੁਲਾਬੀ ਸੁੰਡੀ ਨੇ 50% ਫਸਲ ਬਰਬਾਦ ਕੀਤੀ ਹੈ। ਮਾਨਸਾ ਤੋਂ ਵਿਨੋਦ ਗੋਇਲ, ਜ਼ੀ ਮੀਡੀਆ। ਲੁਧਿਆਣਾ ਪਹੁੰਚੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਅਤੇ ਸੰਜੀਵ ਅਰੋੜਾ ਬੁੱਢੇ ਨਾਲੇ ਦਾ ਉਹਨਾਂ ਦੁਆਰਾ ਦੌਰਾ ਕੀਤਾ ਗਿਆ। ਦਰਅਸਲ ਰਾਜ ਸਭਾ ਮੈਂਬਰ ਲੁਧਿਆਣਾ ਦੇ ਵਿੱਚ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ। ਉਹਨਾਂ ਦੇ ਨਾਲ ਖਾਸ ਤੌਰ ਤੇ ਹੋਰ ਵੀ ਜਿਹੜੇ ਮੈਂਬਰ ਸਨ ਉਹ ਵੀ ਮੌਜੂਦ ਰਹੇ। ਹਾਂਜੀ, ਉਹਦਾ ਇਹੀ ਹੈ ਕਿ ਅਸੀਂ ਲੰਬੇ ਸਮੇਂ ਤੋਂ ਲੱਗੇ ਆ ਸਰਕਾਰਾਂ ਦੇ ਨਾਲ ਵੀ। ਜਿਹੜੇ ਟ੍ਰੀਟਮੈਂਟ ਪਲਾਂਟ ਇੱਕ ਬੰਨੇ 2 ਲੱਗ ਗਏ ਆ, ਜਿਹੜੇ ਇੰਡਸਟਰੀਅਲ ਸੀਗੇ 50 MLD ਤੇ 40 MLD ਦਾ, ਇੱਕ ਬੰਨੇ 225 MLD ਲੱਗ ਰਿਹਾ। ਸੋ ਉਹ ਲੱਗਣ ਦੇ ਨਾਲ ਥੋੜਾ ਜਿਹਾ ਜਿਹੜੀਆਂ ਡੇਅਰੀਆਂ ਦੀ ਜਿਹੜਾ ਹੈਗਾ ਉਹ ਗੋਹਾ ਆਉਂਦਾ, ਉਹ ਸਾਰੇ ਦੇ ਉੱਤੇ ਅੱਜ ਜੱਜ ਸਾਹਿਬ ਸਾਡੇ ਸਤਿਕਾਰਯੋਗ ਜਸਟਿਸ ਜਸਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਐਨਵਾਇਰਨਮੈਂਟ ਮੰਤਰੀ ਜਿਹੜੇ ਹੈਗੇ ਹੇਰ ਸਾਹਿਬ ਤੇ ਸਾਰੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੇਖਿਆ। ਤੇ ਆਉਣ ਵਾਲੇ ਸਮੇਂ ਵਿੱਚ ਆਸ ਕਰਦੇ ਹਾਂ ਕਿ ਜਿਹੜੇ ਹੈਗੇ ਜ਼ਰੂਰ ਜਿਹੜਾ ਹੈਗਾ ਬੁੱਢੇ ਦਰਿਆ ਦੇ ਉੱਤੇ ਫਰਕ ਦਿਸੂ। ਰੈਮੀਡੀਏਸ਼ਨ ਕਰਨ ਦੀ ਪ੍ਰੋਸੈਸ ਸ਼ੁਰੂ ਹੋ ਗਈ ਹੈ। ਕੱਲ ਸ਼ਾਇਦ ਕਹਿੰਦੇ ਹੋ ਕਿ ਅਪਰੂਵਲ ਮਿਲੀ ਹੈ 4 ਲੱਖ ਟਨ ਸ਼ੁੱਧ ਕਰਨ ਦੀ, ਤੇ ਉਹ ਚੱਲ ਰਹੀ ਹੈਗੀ। ਦੇਖੋ ਹੁਣ ਕੰਟਰੈਕਟ ਜਿਹੜਾ ਆਏਗਾ ਉਹ ਤੇ ਟਰਮਸ ਐਂਡ ਕੰਡੀਸ਼ਨ ਹੋਣਗੀਆਂ, ਉਹ ਤੁਸੀਂ ਦੇਖ ਲੈਣਾ, ਤੁਸੀਂ ਕਾਪੀ ਲੈ ਸਕਦੇ ਹੋ।
ਕੋਟਕਪੂਰਾ 'ਚ ਨਸ਼ਾ ਵੇਚਣ ਵਾਲੀਆਂ ਔਰਤਾਂ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਦੋ ਔਰਤਾਂ ਵੱਲੋਂ ਨਸ਼ੇ ਦੀ ਜਿਹੜੀ ਹੈ ਪੈਕਿੰਗ ਕੀਤੀ ਜਾ ਰਹੀ ਹੈ ਤੇ ਕੋਟਕਪੂਰਾ ਦੀ ਇੰਦਰਾ ਕਲੋਨੀ ਸ਼ਰਿਆਮ ਇਸ ਕਲੋਨੀ ਦੇ ਵਿੱਚ ਨਸ਼ਾ ਵਿਕਦਾ ਹੈ ਤੇ ਪਹਿਲਾਂ ਵੀ ਕਈ ਨਸ਼ਾ ਤਸਕਰ ਇੱਥੋਂ ਗ੍ਰਿਫਤਾਰ ਹੋ ਚੁੱਕੇ ਨੇ। ਸੋ ਕਿਤੇ ਨਾ ਕਿਤੇ ਮੂੰਹ ਚੜਾਉਂਦੀ ਹੋਈ ਤਸਵੀਰ ਇਹ ਕੋਟਕਪੂਰਾ ਦੀ, ਜਿੱਥੇ ਪੈਕਿੰਗ ਕਰਦੀਆਂ ਹੋਈਆਂ ਮਹਿਲਾਵਾਂ ਨਜ਼ਰ ਆ ਰਹੀਆਂ ਨੇ। ਸੋ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕਿਸ ਕਦਰ ਬੇਖੌਫ ਤਰੀਕੇ ਦੇ ਨਾਲ ਨਸ਼ੇ ਦੀ ਤਸਕਰੀ ਲਗਾਤਾਰ ਬਰਕਰਾਰ ਹੈ ਸੂਬੇ ਦੇ ਅੰਦਰ। ਹਾਲਾਂਕਿ ਵੱਖ-ਵੱਖ ਥਾਵਾਂ ਤੇ ਛਾਪੇਮਾਰੀਆਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ, ਲੇਕਿਨ ਜਿਹੜੇ ਅਸਲੀ ਮਗਰਮੱਛ ਨੇ ਉਹ ਹਲੇ ਵੀ ਪੁਲਿਸ ਦੀ ਗਿਰਫਤ ਚੋਂ ਬਾਹਰ ਨੇ। ਸੋ ਦੱਸਦੀ ਕੋਟਕਪੂਰਾ 'ਚ ਨਸ਼ਾ ਵੇਚਣ ਵਾਲੀਆਂ ਔਰਤਾਂ ਦੀ ਇੱਕ ਵੀਡੀਓ ਜ਼ਰੂਰ ਵਾਇਰਲ ਹੋ ਰਹੀ ਹੈ। ਦੱਸਦੀ ਕਿ ਦੋ ਔਰਤਾਂ ਵੱਲੋਂ ਨਸ਼ੇ ਦੀ ਪੈਕਿੰਗ ਕੀਤੀ ਜਾ ਰਹੀ ਹੈ। ਤਸਵੀਰਾਂ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਬਹੁਤ ਤਰੀਕੇ ਦੇ ਨਾਲ ਇਸ ਨਸ਼ੇ ਦੀ ਪੈਕਿੰਗ ਕਰ ਰਹੀਆਂ ਨੇ ਔਰਤਾਂ। ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਏ ਤਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਾਲਾਂਕਿ ਜ਼ਰੂਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਜੇਕਰ ਇਸ ਕਦਰ ਬਹੁਤ ਕਹਿ ਸਕਦੇ ਹਾਂ ਕਿ ਇੰਨੀ ਆਸਾਨੀ ਦੇ ਨਾਲ ਜਿਹੜਾ ਨਸ਼ਾ ਸਪਲਾਈ ਹੁੰਦਾ ਤਾਂ ਫਿਰ ਜਿਹੜੀਆਂ ਬਾਕੀ ਕਾਰਵਾਈਆਂ ਹੁੰਦੀਆਂ ਨੇ ਉਸ ਤੋਂ ਤਾਂ ਇਹ ਕਾਰਵਾਈ ਕੋਹਾਂ ਦੂਰ ਹੈ।